Hello everyone, welcome you all on the online platform of the TED Buzzer Academy. TED Buzzer Academy ਦੇ ਆਨਲਾਈਨ ਪਲੇਟਫਾਰਮ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਮੈਂ ਯੁਵਿਕਾ ਮੰਗਲ ਲੈ ਕੇ ਆਈ ਹਾਂ ਤੁਹਾਡੇ ਲਈ ਮਾਸਟਰ ਕੈਡਰ ਜ਼ੂਲॉजी ਦਾ ਇੱਕ ਇੰਪੋਰਟੈਂਟ ਟੌਪਿਕ ਦੈਟ ਇਜ਼ ਕਾਕਰੋਚ। ਸੋ ਆਪਾਂ ਗੱਲ ਕਰਾਂਗੇ ਅੱਜ ਕਾਕਰੋਚ ਬਾਰੇ। ਕਾਕਰੋਚ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਕਾਕਰੋਚ ਦੀ ਜਿਹੜੀ ਬਾਡੀ ਹੁੰਦੀ ਹੈ ਉਹ ਕਿਵੇਂ ਕਵਰ ਹੁੰਦੀ ਹੈ? ਐਗਜ਼ੋਸਕੈਲੇਟਨ ਇੱਕ ਉੱਪਰ ਲੇਅਰ ਪ੍ਰੈਜ਼ੈਂਟ ਹੁੰਦੀ ਹੈ, ਉਸ ਨਾਲ ਕਵਰ ਹੁੰਦੀ ਹੈ। ਤੇ ਜਿਹੜੀ ਬਾਡੀ ਹੈਗੀ ਆ ਉਹ ਮੇਨਲੀ ਡਿਵਾਈਡਡ ਹੁੰਦੀ ਹੈ ਤਿੰਨ ਰੀਜਨਸ ਦੇ ਵਿੱਚ, ਹੈਡ, ਥੋਰੈਕਸ ਤੇ ਐਬਡੋਮਨ। ਹੈਡ ਰੀਜਨ ਦੇ ਵਿੱਚ ਕੀ ਹੁੰਦੇ, ਕੁਝ ਹੈਡ ਰੀਜਨ ਦੇ ਪਾਰਟ ਹੁੰਦੇ ਨੇ, ਅਪੈਂਡੇਜਸ ਹੁੰਦੀਆਂ ਨੇ, ਨਾਲ ਹੀ ਨਾਲ ਕੀ ਪ੍ਰੈਜ਼ੈਂਟ ਹੁੰਦੇ ਨੇ, ਮਾਊਥ ਪਾਰਟਸ ਪ੍ਰੈਜ਼ੈਂਟ ਹੁੰਦੇ ਨੇ। ਆਓ ਆਪਾਂ ਇਹਨੂੰ ਡਾਇਗਰਾਮ ਨਾਲ ਦੇਖੀਏ। ਹੈਡ ਰੀਜਨ ਅਗਰ ਆਪਾਂ ਗੱਲ ਕਰੀ ਕਾਕਰੋਚ ਦਾ, ਪਾਰਟਸ ਆਫ ਦਾ ਹੈਡ ਰੀਜਨ ਤੇ ਮਾਊਥ ਪਾਰਟਸ ਪ੍ਰੈਜ਼ੈਂਟ ਹੁੰਦੇ ਨੇ। ਠੀਕ ਹੈ ਜੀ, ਮਾਊਥ ਪਾਰਟਸ ਤੁਹਾਨੂੰ ਦਿੱਤੇ ਹੋਏ ਨੇ ਜਾਂ ਹੈਡ ਰੀਜਨ ਦੇ ਪਾਰਟਸ ਤੁਹਾਨੂੰ ਇੱਥੇ ਡਾਇਗਰਾਮ ਦੇ ਵਿੱਚ ਵਿਜ਼ੀਬਲ ਨੇ। This consists of ਹੁਣ ਹੈਡ ਰੀਜਨ ਦੇ ਉੱਤੇ ਕਿਹੜੇ ਪਾਰਟਸ ਹੁੰਦੇ ਨੇ? ਲੈਬਰਮ, a pair of mandible, maxillae, labium, hypopharynx। ਇਹ ਜਿਹੜੇ ਵੀ ਰੀਜਨ ਨੇ ਆਪਾਂ ਇਹਨਾਂ ਨੂੰ ਡਾਇਗਰਾਮ ਦੇ ਨਾਲ ਜ਼ਰੂਰ ਦੇਖਾਂਗੇ। ਸਭ ਤੋਂ ਪਹਿਲਾਂ ਅਗਰ ਆਪਾਂ ਗੱਲ ਕਰੀਏ ਲੈਬਰਮ ਦੀ ਗੱਲ ਕੀਤੀ ਗਈ ਹੈ ਇੱਥੇ, ਤਾਂ ਤੁਸੀਂ ਦੇਖ ਸਕਦੇ ਹੋ ਹੈਡ ਰੀਜਨ ਦੇ ਉੱਪਰ ਲੈਬਰਮ ਇੱਕ ਸਟਰਕਚਰ ਪ੍ਰੈਜ਼ੈਂਟ ਹੁੰਦਾ ਹੈਗਾ। ਦਿਸ ਇਜ਼ ਦ ਲੈਬਰਮ। ਲੈਬਰਮ ਟਾਈਪ ਦਾ ਇੱਕ ਸਟਰਕਚਰ ਪ੍ਰੈਜ਼ੈਂਟ ਹੁੰਦਾ ਹੈ ਕਾਕਰੋਚ ਦੇ ਹੈਡ ਦੇ ਉੱਪਰ, ਜੋ ਕਿਸ ਨੂੰ ਓਵਰਲੈਪ ਕਰ ਰਿਹਾ ਹੁੰਦਾ? ਟੂਥ ਪੋਰਸ਼ਨ ਆਫ ਦ ਮੈਂਡਿਬਲ। ਮਤਲਬ ਇਹ ਮੈਂਡਿਬਲ ਨੂੰ ਓਵਰਲੈਪ ਕਰ ਰਿਹਾ ਹੁੰਦਾ। ਤਾਂ ਹੁਣ ਅਗਰ ਆਪਾਂ ਗੱਲ ਕਰੀਏ ਤਾਂ ਨਾਲ ਹੀ ਕੀ ਪ੍ਰੈਜ਼ੈਂਟ ਹੁੰਦੇ ਨੇ? ਅ ਪੇਅਰ ਆਫ ਮੈਂਡਿਬਲ ਪ੍ਰੈਜ਼ੈਂਟ ਹੁੰਦੇ ਨੇ। ਕੀ ਪ੍ਰੈਜ਼ੈਂਟ ਹੁੰਦੇ ਨੇ? ਅ ਪੇਅਰ ਆਫ ਮੈਂਡਿਬਲ ਇਜ਼ ਦੇयर। ਇਹ ਹੋ ਗਿਆ ਜੀ ਮੈਂਡਿਬਲ, ਇਹ ਹੋ ਗਿਆ ਮੈਂਡਿਬਲ ਜੋ ਓਵਰਲੈਪ, ਜਿਸ ਨੂੰ ਓਵਰਲੈਪ ਕੌਣ ਕਰ ਰਿਹਾ ਸੀ? ਜਿਸ ਨੂੰ ਓਵਰਲੈਪ ਕਰ ਰਿਹਾ ਸੀ ਲੈਬਰਮ। ਹੁਣ ਇਹ ਮੈਂਡਿਬਲ ਦੋਨੋਂ ਤਰਫ ਤੇ ਇੱਕ ਹੋਣਗੇ, ਮਤਲਬ ਇੱਕ ਪੇਅਰ ਪ੍ਰੈਜ਼ੈਂਟ ਹੁੰਦਾ ਹੈ, ਇੱਕ ਪੇਅਰ ਪ੍ਰੈਜ਼ੈਂਟ ਹੁੰਦਾ ਹੈਗਾ। ਸੋ ਲੈਬੀਅਮ, ਅ ਪੇਅਰ ਆਫ ਮੈਂਡਿਬਲ, ਅ ਪੇਅਰ ਆਫ ਮੈਗਜ਼ਿਲਾ। ਹੁਣ ਜਿਹੜੀ ਆਪਾਂ ਗੱਲ ਕਰਾਂਗੇ ਥਰਡ ਰੀਜਨ ਦੀ, ਉਹ ਗੱਲ ਕਰਾਂਗੇ ਮੈਗਜ਼ਿਲਾ ਬਾਰੇ। ਸੋ ਹੇਅਰ ਦ ਮੈਗਜ਼ਿਲਾ ਇਜ਼ ਆਲਸੋ ਦੇयर। ਤੁਸੀਂ ਦੇਖ ਸਕਦੇ ਹੋ ਮੈਗਜ਼ਿਲਾ ਪ੍ਰੈਜ਼ੈਂਟ ਹੁੰਦਾ ਹੈਗਾ ਅਬਵ ਲਾਈਕ ਦਿਸ। ਮੈਂਡਿਬਲ ਦੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਸਾਈਡ ਰੀਜਨ ਤੇ ਪ੍ਰੈਜ਼ੈਂਟ ਹੁੰਦਾ ਮੈਗਜ਼ਿਲਾ। ਇਸੇ ਹੀ ਤਰ੍ਹਾਂ ਮੈਗਜ਼ਿਲਾ ਵੀ ਪੇਅਰ ਦੇ ਫਾਰਮ ਦੇ ਵਿੱਚ ਹੀ ਪ੍ਰੈਜ਼ੈਂਟ ਹੁੰਦਾ ਹੈ। ਇਹ ਵੀ ਪੇਅਰ ਦੇ ਫਾਰਮ ਦੇ ਵਿੱਚ ਹੀ ਪ੍ਰੈਜ਼ੈਂਟ ਹੁੰਦਾ ਹੈ ਮੈਗਜ਼ਿਲਾ। ਠੀਕ ਹੈ ਜੀ, ਅ ਪੇਅਰ ਆਫ ਮੈਗਜ਼ਿਲਾ। ਅਸੈਸਰੀ ਜੌਜ਼ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ ਪ੍ਰੈਜ਼ੈਂਟ ਹੁੰਦੇ ਨੇ। ਮੈਂਡਿਬਲ ਆਰ ਦ ਜੌਜ਼, ਮੈਗਜ਼ਿਬਲ ਅਸੈਸਰੀ ਜੌਜ਼, ਜੋ ਜੌਜ਼ ਦੀ ਹੈਲਪ ਕਰਦੇ ਨੇ ਫੰਕਸ਼ਨਿੰਗ ਦੇ ਲਈ। ਨੈਕਸਟ ਇਜ਼ ਦ ਲੇਬੀਅਮ ਵਿਚ ਇਜ਼ ਆਲਸੋ ਨੋਨ ਐਜ਼ ਦ ਲੋਅਰ ਲਿਪ। ਹੁਣ ਕੀ ਪ੍ਰੈਜ਼ੈਂਟ ਹੁੰਦਾ ਹੈ? ਲੇਬੀਅਮ ਪ੍ਰੈਜ਼ੈਂਟ ਹੁੰਦਾ ਹੈ। ਲੇਬੀਅਮ ਇਜ਼ ਡਾਊਨ ਸਾਈਡ ਹੇਅਰ ਲਾਈਕ ਦ ਲੋਅਰ ਲਿਪ, ਜਿਵੇਂ ਹੁੰਦਾ ਹੈ ਉਸੇ ਤਰ੍ਹਾਂ ਪ੍ਰੈਜ਼ੈਂਟ ਹੁੰਦਾ ਹੈ। ਜੇਕਰ ਤੁਸੀਂ ਲੇਬੀਅਮ ਦਾ ਸਟਰਕਚਰ ਡਿਟੇਲ ਦੇ ਵਿੱਚ ਦੇਖਣਾ ਚਾਹੁੰਦੇ ਹੋ ਤਾਂ ਇਹ ਡਾਇਗਰਾਮ ਇੰਡੀਕੇਟ ਕਰ ਰਹੀ ਹੈ ਆਪਣੇ ਕੋਲ ਲੇਬੀਅਮ ਦਾ ਸਟਰਕਚਰ। ਸੋ ਮੈਗਜ਼ਿਲਾ ਦੇ ਦੋਨੋਂ ਸਟਰਕਚਰ ਰਾਈਟ ਲੈਫਟ ਸਾਈਡ ਆਪਣੇ ਕੋਲ ਗਿਵਨ ਨੇ। ਇਸੇ ਤਰ੍ਹਾਂ ਮੈਂਡਿਬਲ ਦੇ ਦੋਨੋਂ ਰੀਜਨਸ ਆਪਣੇ ਕੋਲ ਗਿਵਨ ਨੇ। ਅਬਵ ਇਜ਼ ਦ ਲੈਬਰਮ, ਬਿਲੋ ਇਜ਼ ਦ ਲੈਬੀਅਮ ਇਜ਼ ਪ੍ਰੈਜ਼ੈਂਟ, ਐਂਡ ਆਲਸੋ ਦ ਹਾਈਪੋਫੈਰਿੰਕਸ ਇਜ਼ ਪ੍ਰੈਜ਼ੈਂਟ। ਇੱਕ ਹੋਰ ਰੀਜਨ ਪ੍ਰੈਜ਼ੈਂਟ ਹੁੰਦਾ ਮਾਊਥ ਪਾਰਟ ਦੇ ਵਿੱਚ, ਦਿਸ ਇਜ਼ ਦ ਹਾਈਪੋਫੈਰਿੰਕਸ ਰੀਜਨ ਇਜ਼ ਪ੍ਰੈਜ਼ੈਂਟ। ਹੁਣ ਤੁਸੀਂ ਦੇਖ ਸਕਦੇ ਹੋ ਕਿ ਇਨ ਸ਼ਾਰਟ ਅਗਰ ਆਪਾਂ ਗੱਲ ਕਰੀਏ ਮਾਊਥ ਪਾਰਟ ਦੀ, ਤਾਂ ਦੋ ਮੈਂਡਿਬਲ ਪ੍ਰੈਜ਼ੈਂਟ ਹੁੰਦੇ ਨੇ, ਦੋ ਮੈਗਜ਼ਿਲਾ ਪ੍ਰੈਜ਼ੈਂਟ ਹੁੰਦੇ ਨੇ, ਇੱਕ ਲੈਬਰਮ ਹੁੰਦਾ ਹੈ, ਇੱਕ ਲੇਬੀਅਮ ਹੁੰਦਾ ਹੈ, ਇੱਕ ਪ੍ਰੈਜ਼ੈਂਟ ਹੁੰਦਾ ਹੈ ਹਾਈਪੋਫੈਰਿੰਕਸ ਪ੍ਰੈਜ਼ੈਂਟ ਹੁੰਦਾ ਹੈ ਇਨ ਦ ਮਾਊਥ ਰੀਜਨ, ਮਾਊਥ ਪਾਰਟ ਆਫ ਦ ਕਾਕਰੋਚ। ਠੀਕ ਹੈ ਜੀ, ਕਾਕਰੋਚ ਦੀ ਆਈ ਹੁੰਦੀ ਹੈ ਜਿਹੜੀ ਉਹ ਡਿਫਰੈਂਟ ਟਾਈਪ ਦੀ ਹੁੰਦੀ ਹੈ। ਇੱਕ ਹੁੰਦੀ ਹੈ ਸਿੰਪਲ ਆਈ, ਇੱਕ ਹੁੰਦੀ ਕੰਪਾਊਂਡ ਆਈ। ਕਾਕਰੋਚ ਦੇ ਕੋਲੇ ਕੰਪਾਊਂਡ ਆਈ ਹੁੰਦੀ ਹੈ। ਇਸ ਬਾਰੇ ਆਪਾਂ ਅੱਗੇ ਗੱਲ ਵੀ ਕਰਾਂਗੇ ਜਦੋਂ ਆਪਾਂ ਨਰਵਸ ਸਿਸਟਮ ਜਾਂ ਸੈਂਸ ਆਰਗਨ ਬਾਰੇ ਗੱਲ ਕਰਾਂਗੇ। ਠੀਕ ਜੀ, ਹੁਣ ਆਪਾਂ ਗੱਲ ਕਰਾਂਗੇ ਹੁਣ ਜਿਹੜੀ ਆਪਾਂ ਤੁਸੀਂ ਦੇਖ ਸਕਦੇ ਹੋ ਜੇਕਰ ਆਪਾਂ ਬਾਡੀ ਪੜ੍ਹੀ ਹੈਗੀ ਹੈ ਤਾਂ ਬਾਡੀ ਦੇ ਵਿੱਚ ਤਿੰਨ ਪਾਰਟਸ ਹੁੰਦੇ ਨੇ। ਬਾਡੀ ਰੀਜਨ ਦੇ ਸੀਗੇ ਜਿਹੜੀ ਹੈਡ, ਥੋਰੈਕਸ ਤੇ ਐਬਡੋਮਨ। ਹੈਡ, ਥੋਰੈਕਸ ਤੇ ਐਬਡੋਮਨ। ਹੁਣ ਆਪਾਂ ਕੀ ਪੜ੍ਹ ਚੁੱਕੇ ਹੈਗੇ ਆ ਜੀ? ਹੁਣ ਆਪਾਂ ਪੜ੍ਹ ਚੁੱਕੇ ਹੈਗੇ ਸਟਰਕਚਰ ਹੈਡ ਬਾਰੇ। ਹੁਣ ਆਪਾਂ ਕਿਹਦੇ ਬਾਰੇ ਗੱਲ ਕਰ ਚੁੱਕੇ ਹੈਗੇ? ਹੈਡ ਬਾਰੇ, ਤੇ ਹੈਡ ਦੇ ਮਾਊਥ ਪਾਰਟਸ ਬਾਰੇ ਆਪਾਂ ਗੱਲ ਕਰ ਚੁੱਕੇ ਹੈਗੇ। ਹੁਣ ਆਪਾਂ ਗੱਲ ਕਰਾਂਗੇ ਜੀ ਥੋਰੈਕਸ ਰੀਜਨ ਬਾਰੇ। ਹੁਣ ਆਪਾਂ ਗੱਲ ਕਰਾਂਗੇ ਕਿਸ ਦੇ ਬਾਰੇ? ਥੋਰੈਕਸ ਰੀਜਨ ਬਾਰੇ ਗੱਲ ਕਰਾਂਗੇ। ਕਰੀਏ ਜੀ ਸ਼ੁਰੂ। ਥੋਰੈਕਸ ਰੀਜਨ, The thorax consists of the three distinct segments। ਹੁਣ ਅਗਰ ਆਪਾਂ ਗੱਲ ਕਰੀਏ ਥੋਰੈਕਸ ਦੀ ਤਾਂ ਤਿੰਨ ਡਿਫਰੈਂਟ 3 ਡਿਸਟਿੰਕਟ ਸੈਗਮੈਂਟਸ ਪ੍ਰੈਜ਼ੈਂਟ ਹੁੰਦੇ ਨੇ ਥੋਰੈਕਸ। ਥੋਰੈਕਸ ਵੀ ਫਰਦਰ ਡਿਵਾਈਡਡ ਹੁੰਦਾ ਜਿਵੇਂ ਮਾਊਥ ਪਾਰਟਸ ਪ੍ਰੈਜ਼ੈਂਟ ਹੁੰਦੇ ਨੇ ਹੈਡ ਰੀਜਨ ਕੋਲੇ। ਹੈਡ ਰੀਜਨ ਕੋਲੇ ਮਾਊਥ ਪਾਰਟਸ ਪ੍ਰੈਜ਼ੈਂਟ ਹੁੰਦੇ ਸੀ ਜਿਹੜੇ ਆਪਾਂ ਡਿਸਕਸ ਕੀਤੇ, ਦੈਟ ਇਜ਼ ਮੈਂਡਿਬਲ, ਮੈਗਜ਼ਿਲਾ, ਲੈਬਰਮ, ਲੈਬੀਅਮ ਐਂਡ ਹਾਈਪੋਫੈਰਿੰਕਸ। ਇਸੇ ਹੀ ਤਰ੍ਹਾਂ ਜਿਹੜਾ ਥੋਰੈਕਸ ਰੀਜਨ ਹੈਗਾ, ਥੋਰੈਕਸ ਰੀਜਨ ਇਜ਼ ਫਰਦਰ ਡਿਵਾਈਡਡ ਇਨਟੂ 3 ਰੀਜਨ, ਦੈਟ ਇਜ਼ ਦ ਪ੍ਰੋਥੋਰੈਕਸ, ਮੀਜ਼ੋਥੋਰੈਕਸ ਐਂਡ ਦ ਮੈਟਾਥੋਰੈਕਸ। ਸੋ ਡਾਇਗਰਾਮ ਤੁਹਾਨੂੰ ਕਲੀਅਰਲੀ ਇੰਡੀਕੇਟ ਕਰ ਰਿਹਾ ਹੈਗਾ ਕਿ ਪ੍ਰੋਥੋਰੈਕਸ ਕਿਹੜਾ ਰੀਜਨ ਹੋਏਗਾ, ਮੀਜ਼ੋਥੋਰੈਕਸ ਕਿਹੜਾ ਹੋਏਗਾ ਤੇ ਮੈਟਾਥੋਰੈਕਸ ਕਿਹੜਾ ਰੀਜਨ ਹੋਏਗਾ। ਇਹਦੇ ਬਾਰੇ ਆਪਾਂ ਆਲਰੇਡੀ ਗੱਲ ਕਰ ਚੁੱਕੇ ਹਾਂ।
So the thorax consists of the three distinct segments. 10 segments present ਹੁੰਦੇ ਨੇ, prothorax, mesothorax and the metathorax, each bearing a ventrally a pair of the legs. ਹੁਣ ਕਹਿੰਦੇ ਕੀ ਹੁੰਦਾ ਜੀ, a pair of legs present ਹੁੰਦਾ ਹੈ, ਕੀ present ਹੁੰਦਾ ਹੈ, a pair of legs present ਹੁੰਦਾ ਹੈ, each ਹਰ ਇੱਕ ਦੇ ਕੋਲੇ ਇੱਕ pair of legs present ਹੈ। ਤੁਸੀਂ ਦੇਖ ਸਕਦੇ ਹੋ here is the prothoracic legs, ਜਿਹੜੀਆਂ prothorax region ਤੇ ਹੋਣਗੀਆਂ ਉਹਨਾਂ ਨੂੰ ਆਪਾਂ prothoracic legs ਵੀ ਕਹਿ ਦਿੰਦੇ ਹਾਂ। मीजोथोरैक्स ਜਿਹੜੀ मीजोथोरैक्स रीजन ਤੇ प्रेजेंट ਹੋਣਗੀਆਂ मीजोथोरैसिक, मेटाथोरैसिक ਜਿਹੜੀ मेटाथोरैक्स रीजन ਦੇ ਉੱਪਰ प्रेजेंट ਹੋਣਗੀਆਂ, each bearing ventrally a pair of the legs, prothorax, mesothorax and the metathorax. Clear? So mesothorax and the metathorax each bear a pair of the wings. ਕਹਿੰਦੇ mesothorax ਤੇ metathorax ਜਿਹੜਾ ਹੈਗਾ, mesothorax ਤੇ metathorax ਜਿਹੜਾ ਹੈਗਾ ਉਹਨਾਂ ਦੇ ਕੋਲੇ ਕੀ ਪ੍ਰੈਜ਼ੈਂਟ ਨੇ, wings ਵੀ ਪ੍ਰੈਜ਼ੈਂਟ ਨੇ। ਤੁਸੀਂ ਦੇਖ ਸਕਦੇ ਹੋ they have the wings, each bear pair of the wings dorsally, leathery forewing and the membranous hind wing। ਹੁਣ ਜਿਹੜੇ wings ਨੇ ਉਹ ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਹੁੰਦੇ ਨੇ forewing ਜੋ ਕਿ ਅੱਗੇ ਪ੍ਰੈਜ਼ੈਂਟ ਹੁੰਦੇ ਨੇ, ਦੂਸਰੇ ਹੁੰਦੇ ਨੇ membranous ਜੋ ਕਿ ਪਿਛਲੇ ਵਾਲੇ ਰੀਜਨ ਤੇ ਪ੍ਰੈਜ਼ੈਂਟ ਹੁੰਦੇ ਨੇ। membranous ਇਹ leathery ਹੁੰਦੇ ਨੇ ਤੇ ਇਹ membranous in nature ਹੁੰਦੇ ਨੇ। ਹੁਣ ਆਪਾਂ ਗੱਲ ਕਰਾਂਗੇ, ਸੋ ਇਹ ਗੱਲ ਮੈਂ ਤੁਹਾਨੂੰ ਪਹਿਲਾਂ ਵੀ ਕਹੀ, ਦ ਬੋਡੀ ਇਜ਼ ਡਿਵਾਈਡਡ ਇਨਟੂ ਹੈਡ, ਥੋਰੈਕਸ, ਹੈਡ ਦੀ ਅਗਰ ਆਪਾਂ ਗੱਲ ਕਰੀਏ ਲੇਬਰਮ, ਲੇਬੀਅਮ, ਮੈਂਟਿਬਲ, ਮਿਗਜ਼ਿਲਾ ਬਾਰੇ ਆਪਾਂ ਗੱਲ ਕੀਤੀ, ਹਾਈਪੋਫੈਰਿੰਕਸ ਬਾਰੇ ਵੀ ਗੱਲ ਕੀਤੀ। ਹੁਣ ਆਪਾਂ ਉਸ ਤੋਂ ਬਾਅਦ ਕੀ ਡਿਸਕਸ ਕੀਤਾ, ਥੋਰੈਕਸ ਦੇ ਤਿੰਨ ਰੀਜਨ ਪ੍ਰੋਥੋਰੈਕਸ, ਮੈਟਾਥੋਰੈਕਸ ਐਂਡ ਦ ਮੀਜ਼ੋਥੋਰੈਕਸ ਬਾਰੇ ਆਪਾਂ ਗੱਲ ਕੀਤੀ। ਹੁਣ ਆਪਾਂ ਗੱਲ ਕਰਾਂਗੇ ਡੀਅਰ ਐਬਡੋਮਨ ਬਾਰੇ। ਐਬਡੋਮਨ ਅਗਰ ਆਪਾਂ ਗੱਲ ਕਰੀਏ ਐਡਲਟ ਦਾ, ਕੰਸਿਸਟ ਆਫ 10 ਸੈਗਮੈਂਟਸ, ਇਹਨਾਂ ਕੋਲ 10 ਸੈਗਮੈਂਟਸ ਪ੍ਰੈਜ਼ੈਂਟ ਹੁੰਦੇ ਨੇ ਜੋ ਕਿ ਐਨਕਲੋਜ਼ ਹੁੰਦੇ ਨੇ by the four sclerites। ਇੱਕ dorsal tergum ਹੁੰਦਾ ਹੈ, ਇੱਕ ventral sternum ਹੁੰਦਾ ਹੈ ਤੇ ਦੋ lateral pleura ਹੁੰਦੇ ਨੇ, one dorsal, one ventral and two lateral pleura present ਹੁੰਦੇ ਨੇ। 10 ਸੈਗਮੈਂਟ ਦੀ ਗੱਲ ਕਰੀਏ ਇਨ ਬੋਥ ਦ ਸੈਕਸਸ ਬੀਅਰਸ, 10 ਸੈਗਮੈਂਟ ਜਿਹੜੇ ਹੈਗੇ ਨੇ ਜੀ ਬੋਥ ਸੈਕਸਸ, ਚਾਹੇ ਉਹ ਮੇਲ ਹੋਵੇ ਜਾਂ ਫੀਮੇਲ ਹੋਵੇ, ਉਹ ਕੀ ਬੀਅਰ ਕਰਦੇ ਨੇ, ਸਮਾਲ ਫਿਲਾਮੈਂਟਸ ਸੈਂਸਰੀ ਐਨਲ ਸਰਕਾਈ ਬੀਅਰ ਕਰਦੇ ਨੇ। ਐਨਲ ਸਰਕਾਈ ਪ੍ਰੈਜ਼ੈਂਟ ਹੁੰਦਾ ਹੈ। ਇਨ ਫੀਮੇਲਸ ਦੀ ਅਗਰ ਆਪਾਂ ਗੱਲ ਕਰੀਏ ਤਾਂ 7th sternum ਟੁਗੈਦਰ ਵਿਦ ਦ 8th and 9th ਫॉर्म द ब्रूड और द जेनिटल पाउच। ਤਾਂ ਜਿਹੜਾ ਫੀਮੇਲਸ ਦੇ ਵਿੱਚ 7th sternum 8th ਤੇ 9th sternum ਨਾਲ ਮਿਲ ਕੇ ਕੀ ਬਣਾਉਂਦਾ ਹੈਗਾ, ਇੱਕ ਪਾਊਚ ਲਾਈਕ ਬਰੂਡ ਲਾਈਕ ਸਟਰਕਚਰ ਬਣਾਉਂਦਾ ਜਿਸ ਨੂੰ ਆਪਾਂ ਜੈਨੀਟਲ ਪਾਊਚ ਵੀ ਕਹਿ ਦਿੰਦੇ ਹਾਂ। ਸੋ ਹੁਣ ਉਸੇ ਤਰ੍ਹਾਂ ਫੀਮੇਲ ਦੇ ਵਿੱਚ ਡਿਸਟਿੰਕਸ਼ਨ ਡੀਅਰ ਇਸ ਦੇ ਵਿੱਚੋਂ ਪੇਪਰ ਦੇ ਵਿੱਚ ਕੁਐਸਚਨ ਆ ਜਾਂਦਾ ਹੈਗਾ। ਡਿਸਟਿੰਕਸ਼ਨ ਤੁਸੀਂ ਦੇਖ ਸਕਦੇ ਹੋ ਕਿ ਫੀਮੇਲ ਦੀ ਕੀ ਹੈਗੀ, ਬਰੂਡ ਪਾਊਚ ਪ੍ਰੈਜ਼ੈਂਟ ਹੁੰਦਾ 7th 8th 9th ਦੇ ਵਿੱਚ। ਇਨ ਮੇਲ ਜੈਨੀਟਲ ਪਾਊਚ ਔਰ ਦ ਚੈਂਬਰ ਲਾਈਜ਼ ਐਟ ਦ ਹਿੰਡ ਐਂਡ ਆਫ ਦ ਐਬਡੋਮਨ, ਇਹ ਐਬਡੋਮਨ ਦੇ ਹਿੰਡ ਐਂਡ ਤੇ ਪ੍ਰੈਜ਼ੈਂਟ ਹੁੰਦਾ ਹੈ, ठीक है, which is dorsally by the 9th and 10th terga and ventrally by the 9th sternum। मेल कोले की प्रेजेंट होता है एक शॉर्ट थ्रेड लाइक एनल स्टाइल प्रेजेंट होता है। पेपर दे विच क्वेश्चन आ जाता है कि एनल स्टाइल किस कोले प्रेजेंट होता है। सो वी शुड बी अवेयर कि एनल स्टाइल मेल कॉकरोच दे कोले प्रेजेंट होता है जो कि एबसेंट होता है फीमेल कॉकरोच कोले। मेल कॉकरोच कोले की प्रेजेंट होता है एनल स्टाइल प्रेजेंट होता है, एनल स्टाइल, ठीक है जी। सो इसमें आप याद रखांगे क्योंकि इंपॉर्टेंट है। क्लियर? ਹੁਣ ਆਓ ਆਪਾਂ ਗੱਲ ਕਰਦੇ ਹਾਂ। ਹੁਣ ਆਪਾਂ ਕੀ ਗੱਲ ਕਰ ਚੁੱਕੇ ਹੈਗੇ, ਆਪਾਂ ਗੱਲ ਕਰ ਚੁੱਕੇ ਹੈਗੇ ਬੋਡੀ ਬਾਰੇ, ਬੋਡੀ ਰੀਜਨ ਦੇ ਕਾਕਰੋਚ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ। ਹੁਣ ਆਪਾਂ ਗੱਲ ਕਰਾਂਗੇ ਐਲੀਮੈਂਟਰੀ ਕੈਨਾਲ ਕਾਕਰੋਚ ਦੀ। ਕਹਿੰਦੇ ਐਲੀਮੈਂਟਰੀ ਕੈਨਾਲ ਆਫ ਦ ਕਾਕਰੋਚ ਇਹ ਲੌਂਗ ਹੁੰਦੀ ਹੈ, ਕੋਇਲਡ ਟਿਊਬ ਹੁੰਦੀ ਹੈ ਜੋ ਕਿ 3 ਰੀਜਨ ਦੇ ਵਿੱਚ ਡਿਵਾਈਡਡ ਹੁੰਦੀ ਹੈ। ਉਹ 3 ਰੀਜਨ ਕਿਹੜੇ ਨੇ? ਮੇਜਰਲੀ ਅਗਰ ਆਪਾਂ ਗੱਲ ਕਰੀਏ ਦੀ 3 ਰੀਜਨਸ ਦੇ ਵਿੱਚ ਬੋਡੀ ਜਿਹੜੀ ਡਿਵਾਈਡਡ ਸੀ, ਠੀਕ ਹੈ ਜੀ। ਹੁਣ ਆਪਾਂ ਉਸ ਦੇ ਰੀਜਨਸ ਦੀ ਐਲੀਮੈਂਟਰੀ ਕੈਨਾਲ ਦੀ ਪੂਰੀ ਗੱਲ ਕਰਾਂਗੇ, ਠੀਕ ਹੈ। ਐਲੀਮੈਂਟਰੀ ਕੈਨਾਲ ਜਿਹੜੀ ਹੁੰਦੀ ਹੈ ਉਹ 3 ਰੀਜਨ ਕਿਹੜੇ ਵਿੱਚ ਡਿਵਾਈਡਡ ਹੁੰਦੀ ਹੈ? ਫੋਰਗਟ, ਮਿਡਗਟ ਐਂਡ ਦ ਹਿੰਡਗਟ। 3 ਗਟਸ ਪ੍ਰੈਜ਼ੈਂਟ ਹੁੰਦੀਆਂ ਨੇ, ਨੋ ਡਾਊਟ ਇਹ ਰੀਜਨਸ ਨੇ। ਉੱਪਰ ਵਾਲੇ ਰੀਜਨ ਫੋਰਗਟ ਦੇ ਹੋਣਗੇ, ਫਿਰ ਮਿਡਗਟ ਪ੍ਰੈਜ਼ੈਂਟ ਹੋ ਜਾਏਗੀ, ਲਾਸਟ ਤੇ ਆਪਣੇ ਕੋਲ ਹਿੰਡਗਟ ਪ੍ਰੈਜ਼ੈਂਟ ਹੁੰਦੀ ਹੈ। ਸੋ ਉਹਨਾਂ ਬਾਰੇ ਹੁਣ ਆਪਾਂ ਗੱਲ ਕਰਾਂਗੇ ਐਲੀਮੈਂਟਰੀ ਕੈਨਾਲ ਦੀ। ਫੋਰਗਟ ਤੋਂ ਸ਼ੁਰੂ ਹੁੰਦੀ ਹੈ ਇਸ ਦਾ ਡਾਈਜੈਸਟਿਵ ਸਿਸਟਮ ਜੋ ਕਿ ਕਿਸ ਤੋਂ ਸਟਾਰਟ ਹੁੰਦਾ ਹੈ? ਮਾਊਥ। ਸਭ ਤੋਂ ਉੱਪਰ ਮਾਊਥ ਪ੍ਰੈਜ਼ੈਂਟ ਹੁੰਦਾ ਹੈ। ਮਾਊਥ ਤੋਂ ਬਾਅਦ ਕੀ ਪ੍ਰੈਜ਼ੈਂਟ ਹੁੰਦਾ ਹੈ? ਨਾਲ ਦੀ ਨਾਲ ਮਾਊਥ ਲੀਡਸ ਟੂ ਦ ਫੈਰਿੰਗਸ, ਫੈਰਿੰਗਸ ਪ੍ਰੈਜ਼ੈਂਟ ਹੁੰਦਾ ਹੈ। ਫੈਰਿੰਗਸ ਤੋਂ ਜਸਟ ਆਫਟਰ ਕੀ ਪ੍ਰੈਜ਼ੈਂਟ ਹੁੰਦੀ ਹੈ ਜੀ? ਈਸੋਫੇਗਸ ਪ੍ਰੈਜ਼ੈਂਟ ਹੁੰਦੀ ਹੈ, ਈਸੋਫੇਗਸ। ਦੈਨ ਆਫਟਰ ਕੀ ਪ੍ਰੈਜ਼ੈਂਟ ਹੁੰਦਾ ਹੈ? ਇਹਨਾਂ ਤਾਂ ਕਾਮਨ ਹੈਗਾ ਹਿਊਮਨ ਬੀਇੰਗਸ ਦੇ ਵਿੱਚ ਇਹ ਸਭ ਪ੍ਰੈਜ਼ੈਂਟ ਹੁੰਦਾ ਹੈ। ਸੋ ਇਸ ਦੇ ਵਿੱਚ ਨਵਾਂ ਕੀ ਹੈਗਾ? ਈਸੋਫੇਗਸ ਤੋਂ ਬਾਅਦ ਕੀ ਪ੍ਰੈਜ਼ੈਂਟ ਹੁੰਦਾ ਹੈ? ਕ੍ਰੌਪ ਪ੍ਰੈਜ਼ੈਂਟ ਹੁੰਦਾ ਹੈ। ਕ੍ਰੌਪ ਇੱਕ ਸਟੋਰਿੰਗ ਆਰਗਨ ਦਾ ਕੰਮ ਕਰਦਾ ਹੈ, ਫੂਡ ਨੂੰ ਸਟੋਰ ਕਰਨ ਦਾ ਕੰਮ ਕਰਦਾ ਹੈਗਾ ਜੀ, ਠੀਕ ਹੈ ਜੀ। ਵਿਚ ਲੀਡਸ ਇਨਟੂ ਦ ਗਿਜ਼ਾਰਡ, ਗਿਜ਼ਾਰਡ
ਉਸ ਤੋਂ ਬਾਅਦ ਕੀ ਪ੍ਰੈਜ਼ੈਂਟ ਹੁੰਦੇ ਨੇ, ਗਿਜ਼ਾਰਡ ਪ੍ਰੈਜ਼ੈਂਟ ਹੁੰਦੇ ਨੇ, ਇਸਨੂੰ ਆਪਾਂ ਪ੍ਰੋਵੈਂਟ੍ਰਿਕੂਲਸ ਵੀ ਕਹਿੰਦੇ ਨੇ, ਜੋ ਕੀ ਕਰਦੇ ਨੇ, ਗ੍ਰਾਈਂਡਿੰਗ ਆਫ ਫੂਡ ਦੇ ਵਿੱਚ ਹੈਲਪ ਕਰਦੇ ਨੇ, ਮਤਲਬ ਫੂਡ ਪਾਰਟੀਕਲਸ ਨੂੰ ਕੰਪਲੀਟਲੀ ਗ੍ਰਾਈਂਡ ਕਰਨ ਦੇ ਵਿੱਚ ਹੈਲਪ ਕਰਦੇ ਨੇ। ਸੋ ਦਿਸ ਇਜ਼ ਆਲ ਅਬਾਊਟ ਦ ਫੋਰਗਟ। ਜੇਕਰ ਗੱਲ ਕਰੀਏ ਆਪਾਂ ਗਿਜ਼ਾਰਡ ਤੱਕ ਦਾ ਜਿਹੜਾ ਆਪਣਾ ਰੀਜਨ ਹੈਗਾ, ਕ੍ਰੌਪ ਗਿਜ਼ਾਰਡ ਤੱਕ ਦਾ ਜਿਹੜਾ ਵੀ ਰੀਜਨ ਹੈਗਾ, ਫੈਰਿੰਗਸ, ਦਿਸ ਇਜ਼ ਆਲ ਇਨਕਲੂਡਡ ਇਨ ਦ ਫੋਰਗਟ। ਇਹ ਸਾਰਾ ਕਿਸ ਰੀਜਨ ਦਾ ਪਾਰਟ ਹੈਗਾ ਜੀ, ਫੋਰਗਟ ਦਾ ਪਾਰਟ ਹੈਗਾ। ਨੈਕਸਟ ਅਗਰ ਆਪਾਂ ਗੱਲ ਕਰੀਏ ਮਿਡਗਟ ਦੀ, ਕਹਿੰਦੇ ਇਟ ਇਜ਼ ਇੰਟਰਨਲੀ ਲਾਈਨ ਬਾਈ ਦ ਗਲੈਂਡੂਲਰ ਐਪੀਥੀਲੀਅਮ। ਇਸ ਦੇ ਕੋਲੇ ਗਲੈਂਡਸ ਪ੍ਰੈਜ਼ੈਂਟ ਹੁੰਦੇ ਨੇ ਜੋ ਐਬਜ਼ੌਰਪਸ਼ਨ ਤੇ ਡਾਈਜੈਸ਼ਨ ਦੇ ਵਿੱਚ ਹੈਲਪ ਕਰਦੇ ਨੇ। ਓਪਨਿੰਗ ਇਨਟੂ ਦ ਇੰਟੀਰੀਅਰ ਐਂਡ ਆਫ ਦ ਮਿਡਗਟ 6 ਤੋਂ 8 ਸ਼ਾਰਟ ਹੋਲੋ ਟਿਊਬਸ ਪ੍ਰੈਜ਼ੈਂਟ ਹੁੰਦੀਆਂ ਨੇ। ਐਸੈਂਟਰਿਕ ਜਾਂ ਹਿਪੈਟਿਕ ਸੀਕੇ ਪ੍ਰੈਜ਼ੈਂਟ ਹੁੰਦੀ ਹੈ। ਲੈਟ ਮੀ ਸ਼ੋ ਯੂ, ਦਿਸ ਇਜ਼ ਦ ਹਿਪੈਟਿਕ ਸੀਕੇ। ਇਹ ਹਿਪੈਟਿਕ ਸੀਕੇ ਟਿਊਬ ਲਾਈਕ ਸਟਰਕਚਰਸ 6 ਤੋਂ 8 ਸਟਰਕਚਰ ਪ੍ਰੈਜ਼ੈਂਟ ਹੁੰਦੇ ਨੇ, ਜਿਨ੍ਹਾਂ ਨੂੰ ਆਪਾਂ ਹਿਪੈਟਿਕ ਸੀਕੇ ਵੀ ਕਹਿ ਦਿੰਦੇ ਹਾਂ। ਕਹਿੰਦੇ ਇਹ ਹਿਪੈਟਿਕ ਸੀਕੇ ਕੀ ਕਰਦੇ ਨੇ, ਡਾਈਜੈਸਟਿਵ ਐਂਜ਼ਾਈਮ ਸਿਕ੍ਰੀਟ ਕਰਦੇ ਨੇ ਐਟ ਦ ਜੰਕਸ਼ਨ ਆਫ ਦ ਮਿਡ ਐਂਡ ਹਿੰਡ ਗਟ। ਹੁਣ ਇੰਪੋਰਟੈਂਟ ਕੁਐਸਚਨ ਪੇਪਰ ਦੇ ਵਿੱਚ ਡੀਅਰ ਬੰਦਾ ਹੈਗਾ ਕਿ ਜਿਹੜਾ ਹਿਪੈਟਿਕ ਸੀਕੇ ਉਹ ਕਿਸ ਦੇ ਜੰਕਸ਼ਨ ਤੇ ਪ੍ਰੈਜ਼ੈਂਟ ਹੁੰਦੇ ਨੇ। ਸੋ ਜੰਕਸ਼ਨ ਤੇ ਪ੍ਰੈਜ਼ੈਂਟ ਹੁੰਦੇ ਨੇ ਐਟ ਦ ਜੰਕਸ਼ਨ ਆਫ ਦ ਹਿੰਡ ਗਟ ਐਂਡ ਮਿਡ ਗਟ। ਇੱਕ ਮਾਲਫਿਜੀਅਨ ਟਿਬਿਊਲਸ ਕਿਹੜੇ ਜੰਕਸ਼ਨ ਤੇ ਪ੍ਰੈਜ਼ੈਂਟ ਹੁੰਦੀਆਂ ਨੇ ਡੀਅਰ, ਨਾਟ ਦ ਹਿਪੈਟਿਕ ਸੀਕੇ। ਜਿਵੇਂ ਮਾਲਫਿਜੀਅਨ ਟਿਬਿਊਲਸ ਦਾ ਸ਼ਾਇਦ ਇੱਕ ਵਾਰੀ ਪੇਪਰ ਦੇ ਵਿੱਚ ਕੁਐਸਚਨ ਆਇਆ, ਕਹਿੰਦੇ ਐਟ ਦ ਜੰਕਸ਼ਨ ਆਫ ਦ ਮਿਡ ਗਟ ਐਂਡ ਦ ਹਿੰਡ ਗਟ 100 ਤੋਂ 150 ਥ੍ਰੈਡ ਲਾਈਕ ਬਲਾਈਂਡ ਟਿਬਿਊਲਸ ਅਰਾਈਜ਼ ਹੁੰਦੀਆਂ ਨੇ ਫ੍ਰੀਲੀ ਇਨਟੂ ਦ ਹੀਮੋਸਲ, ਜਿਨ੍ਹਾਂ ਨੂੰ ਆਪਾਂ ਮਾਲਫਿਜੀਅਨ ਟਿਬਿਊਲਸ ਕਹਿ ਦਿੰਦੇ ਹਾਂ। ਦੇ ਆਰ ਐਕਚੁਅਲੀ ਐਕਸਕ੍ਰੀਟਰੀ ਇਨ ਫੰਕਸ਼ਨ। ਜੇ ਅਗਰ ਆਪਾਂ ਗੱਲ ਕਰੀਏ ਮਾਲਫਿਜੀਅਨ ਟਿਬਿਊਲਸ ਦੀ, ਐਕਸਕ੍ਰੀਟਰੀ ਇਨ ਫੰਕਸ਼ਨ ਹੁੰਦੇ। ਇਹ ਕੀ ਹੁੰਦੇ ਨੇ ਡੀਅਰ, ਐਕਸਕ੍ਰੀਟਰੀ ਇਨ ਫੰਕਸ਼ਨ ਹੁੰਦੇ ਨੇ। ਦ ਲਾਸਟ ਰੀਜਨ ਇਜ਼ ਦ ਹਿੰਡ ਗਟ। ਹਿੰਡ ਗਟ ਦੇ ਵਿੱਚ 3 ਰੀਜਨਸ ਆਉਂਦੇ ਨੇ, ਇਲੀਅਮ, ਕੋਲੋਨ ਐਂਡ ਦ ਰੈਕਟਮ। ਰੈਕਟਮ ਜੋ ਕਿ ਆਊਟਸਾਈਡ ਓਪਨ ਹੁੰਦਾ ਬਾय द एनस ਨਾਲ ਓਪਨਿੰਗ ਹੁੰਦੀ ਹੈ। ਦਿਸ ਇਜ਼ ਆਲ ਅਬਾਊਟ ਦ ਐਲੀਮੈਂਟਰੀ ਕੈਨਾਲ ਔਰ ਦ ਡਾਈਜੈਸਟਿਵ ਸਿਸਟਮ ਆਫ ਦ ਕਾਕਰੋਚ। ਨਾਓ ਵੀ ਵਿਲ ਟਾਕ ਅਬਾਊਟ ਦ ਬਲੱਡ ਵੈਸਕੂਲਰ ਸਿਸਟਮ। ਹੁਣ ਆਪਾਂ ਗੱਲ ਕਰਾਂਗੇ ਸਰਕੂਲੇਟਰੀ ਜਾਂ ਬਲੱਡ ਵੈਸਕੂਲਰ ਸਿਸਟਮ ਤੁਸੀਂ ਕਹਿ ਸਕਦੇ ਹੋ। ਬਲੱਡ ਵੈਸਕੂਲਰ ਸਿਸਟਮ ਆਫ ਦ ਕਾਕਰੋਚ ਦੀ ਆਪਾਂ ਗੱਲ ਕਰਾਂਗੇ। ਸੋ ਬਲੱਡ ਵੈਸਕੂਲਰ ਕਾਕਰੋਚ ਦੀ ਅਗਰ ਸਿਸਟਮ ਦੀ ਗੱਲ ਕਰੀਏ, ਸੋ ਕਹਿੰਦੇ ਬਲੱਡ ਵੈਸਕੂਲਰ ਸਿਸਟਮ ਆਫ ਦ ਕਾਕਰੋਚ ਇਜ਼ ਆਫ ਦ ਓਪਨ ਟਾਈਪ। ਇਹ ਓਪਨ ਟਾਈਪ ਹੈ। ਬਲੱਡ ਵੈਸਲਸ ਓਪਨ ਇਨਟੂ ਦ ਹੀਮੋਸੀਲ। ਬਲੱਡ ਵੈਸਲਸ ਕਿੱਥੇ ਓਪਨ ਹੁੰਦੀਆਂ ਨੇ, ਇਨਟੂ ਦ ਹੀਮੋਸੀਲ ਇਹ ਓਪਨ ਹੁੰਦੀਆਂ ਨੇ। ਹੀਮੋਲਿੰਫ ਔਰ ਦ ਬਲੱਡ ਆਫ ਦ ਕਾਕਰੋਚ ਕੰਸਿਸਟ ਆਫ ਦ ਕਲੀਅਰ ਕਲਰਲੈਸ ਪਲਾਜ਼ਮਾ। ਹੀਮੋਲਿੰਫ ਦੀ ਗੱਲ ਕਰੀਏ, ਬਲੱਡ ਜਿਹੜਾ ਹੁੰਦਾ ਕਾਕਰੋਚ ਦਾ ਉਹ ਕੰਪਲੀਟਲੀ ਕਲਰਲੈਸ ਹੁੰਦਾ, ਪਲਾਜ਼ਮਾ ਹੁੰਦਾ, ਕਿਉਂਕਿ ਇਸ ਦੇ ਵਿੱਚ ਆਰਬੀਸੀ ਪ੍ਰੈਜ਼ੈਂਟ ਨਹੀਂ ਹੁੰਦੀ। ਸੋ ਕਹਿੰਦੇ ਇੰਪੋਰਟੈਂਟ ਕੁਐਸਚਨ ਬਣ ਜਾਂਦਾ ਹੈਗਾ ਕਿ ਕਾਕਰੋਚ ਦਾ ਬਲੱਡ ਹਮੇਸ਼ਾ ਕੀ ਹੁੰਦਾ, ਕਲਰਲੈਸ ਹੁੰਦਾ, colorless plasma ਹੁੰਦਾ। It circulates by the contraction and relaxation of the heart assisted by the aliary muscles। ਇੱਥੇ ਮਸਲਸ ਪ੍ਰੈਜ਼ੈਂਟ ਹੁੰਦੀਆਂ ਨੇ ਜੋ ਕੀ ਕਰਦੀਆਂ ਨੇ, ਕੰਟਰੈਕਸ਼ਨ ਤੇ ਰਿਲੈਕਸੇਸ਼ਨ ਹਾਰਟ ਦੀਆਂ ਕਰਾਉਂਦੀਆਂ ਨੇ। ਮਤਲਬ ਇਸ ਦੇ ਕੋਲੇ ਹਾਰਟ ਵੀ ਪ੍ਰੈਜ਼ੈਂਟ ਹੁੰਦਾ ਹੈ, ਤੁਸੀਂ ਦੇਖ ਸਕਦੇ ਹੋ। ਵੈਸੇ ਓਪਨ ਟਾਈਪ ਹੁੰਦਾ ਹੈ। ਪੇਪਰ ਦੇ ਵਿੱਚ ਕੁਐਸਚਨ ਆਇਆ ਸੀ ਵਿਚ ਆਫ ਦ ਫੋਲੋਇੰਗ, ਸ਼ਾਇਦ 3582 ਆਈ ਥਿੰਕ ਸੋ ਔਰ 3704 ਦਾ ਕੁਐਸਚਨ ਹੈਗਾ। ਇਹ ਕੁਐਸਚਨ ਹੈ ਵਿਚ ਆਫ ਦ ਫੋਲੋਇੰਗ ਸ਼ੋਜ਼ ਦ ਓਪਨ ਟਾਈਪ ਆਫ ਸਰਕੂਲੇਟਰੀ ਸਿਸਟਮ। ਸੋ ਉਸ ਦੇ ਵਿੱਚ ਆਪਸ਼ਨ ਸੀਗਾ ਜੀ ਆਪਣੇ ਕੋਲੇ ਮੈਨ, ਸਨੇਕ, ਫਿਸ਼, ਯੈਸ ਫਿਸ਼ ਐਂਡ ਦ ਕਾਕਰੋਚ। ਕਿਸ ਦੇ ਕੋਲੇ ਓਪਨ ਟਾਈਪ ਆਫ ਸਰਕੂਲੇਟਰੀ ਸਿਸਟਮ ਪ੍ਰੈਜ਼ੈਂਟ ਹੁੰਦਾ ਹੈ। ਇਹ PYQ ਹੈਗਾ ਜੀ, ਮਾਸਟਰ ਕੈਡਰ ਜ਼ੂਲॉजी ਦੇ ਹੀ ਪੇਪਰ ਦਾ ਹੈ। ਤੁਸੀਂ ਪੇਪਰ ਚੱਕ ਕੇ ਦੇਖ ਸਕਦੇ ਹੋ। ਸੋ ਉਦੋਂ ਜਿਹੜਾ ਆਨਸਰ ਆਇਆ ਸੀ ਇਸਦਾ ਕੀ ਸੀਗਾ ਜੀ, ਕਾਕਰੋਚ ਹੈਗਾ ਸੀ। ਸੋ ਕਹਿੰਦੇ ਕਾਕਰੋਚ ਇਜ਼ ਆਫ ਦ ਓਪਨ ਟਾਈਪ। ਬਲੱਡ ਵੈਸਲਸ ਓਪਨ ਇਨਟੂ ਦ ਹੀਮੋਸੀਲ, ਹੀਮੋਲਿੰਫ ਔਰ ਦ ਬਲੱਡ ਆਫ ਦ ਕਾਕਰੋਚ ਕੰਸਿਸਟ ਆਫ ਦ ਕਲੀਅਰ ਕਲਰਲੈਸ ਪਲਾਜ਼ਮਾ। ਕਹਿੰਦੇ ਜਿਹੜਾ ਬਲੱਡ ਹੁੰਦਾ ਕਾਕਰੋਚ ਦਾ ਕੰਪਲੀਟਲੀ ਕਲਰਲੈਸ ਹੁੰਦਾ ਹੈ, ਜੋ ਕਿ ਸਰਕੂਲੇਟ ਹੁੰਦਾ ਬਾय ਦ ਕੰਟਰੈਕਸ਼ਨ ਐਂਡ ਰਿਲੈਕਸੇਸ਼ਨ ਆਫ ਦ ਹਾਰਟ। ਜਿਸ ਨੂੰ ਕੌਣ ਅਸਿਸਟ ਕਰਦਾ, ਇਟ ਇਜ਼ ਅਸਿਸਟਡ ਬਾय ਦ ਅਲੇਰੀ ਮਸਲਸ। It is devoid of the respiratory pigment and hence does not assist in the respiration। ਕਹਿੰਦੇ ਇਸ ਦੇ ਕੋਲੇ ਕੋਈ ਵੀ respiratory pigment, ਜਿਵੇਂ ਕਿ ਹਿਊਮਨ ਬੀਇੰਗਸ ਕੋਲੇ ਕਿਹੜਾ respiratory pigment present ਹੁੰਦਾ ਹੈ, ਜਲਦੀ ਮੈਸੇਜ ਕਰੋ। ਸੋ ਇਸ ਦੇ ਵਿੱਚ ਕਿਹੜਾ ਪ੍ਰੈਜ਼ੈਂਟ ਹੁੰਦਾ ਹੈ, ਤੁਸੀਂ ਮੈਸੇਜ ਕਰੋਗੇ। ਇਸੇ ਤਰ੍ਹਾਂ ਕਹਿ ਸਕਦੇ ਹੋ ਕਿ ਤੁਸੀਂ ਕਾਕਰੋਚ ਦੇ ਵਿੱਚ ਜਿਹੜਾ respiratory pigment ਹੁੰਦਾ ਹੈ ਉਹ ਐਬਸੈਂਟ ਹੁੰਦਾ ਹੈ। ਹਾਰਟ ਦੀ ਗੱਲ ਕਰੀਏ ਤਾਂ 13 ਚੈਂਬਰਡ ਹੁੰਦਾ ਹੈ, 14 ਫਨਲ ਸ਼ੇਪਡ ਚੈਂਬਰਸ ਹੁੰਦੇ ਨੇ। ਪਾਰਟੀਕੂਲਰ ਬਹੁਤ ਅੱਛਾ ਡਿਵੈਲਪ ਨਹੀਂ, ਤੁਸੀਂ ਦੇਖ ਸਕਦੇ ਹੋ ਹਾਰਟ ਹੈਗਾ ਜਿਹੜਾ ਇੰਪੋਰਟੈਂਟ ਹੈਗਾ ਕਿ 13 ਚੈਂਬਰ, ਜੋ ਕਿ ਕਿਤੇ ਵੀ ਨਹੀਂ ਦੇਖਣ ਨੂੰ ਮਿਲੇਗਾ। ਸੋ ਫਨਲ ਸ਼ੇਪਡ 13 ਚੈਂਬਰ ਲਾਈਕ ਹਾਰਟ ਪ੍ਰੈਜ਼ੈਂਟ ਹੁੰਦਾ ਹੈ, ਠੀਕ ਹੈ ਜੀ। ਸੋ ਹਾਰਟ ਇਜ਼ ਅ 13 ਫਨਲ ਸ਼ੇਪਡ ਚੈਂਬਰਸ ਪ੍ਰੈਜ਼ੈਂਟ ਹੁੰਦੇ ਨੇ। ਹੀਮੋਸੀਲ ਕੰਟੇਨਸ, ਕਹਿੰਦੇ ਅਗਰ ਆਪਾਂ ਹੀਮੋਸੀਲ ਦੀ ਗੱਲ ਕਰੀਏ ਤਾਂ ਹੀਮੋਸੀਲ ਕੀ ਹੁੰਦਾ ਹੈ, ਇਟ ਕੰਟੇਨਸ ਦ ਨੈਟਵਰਕ ਆਫ ਬ੍ਰਾਂਚਿੰਗ ਏਅਰ ਟਿਊਬਸ, ਟਰੈਕਿਆ, ਜੋ ਕਿੱਥੇ ਓਪਨ ਹੁੰਦੇ ਨੇ, ਸਪਾਇਰਕਲਸ। ਮਤਲਬ ਏਅਰ ਟਿਊਬਸ ਕਨੈਕਟ ਕਰਦੇ ਨੇ ਹੀਮੋਸੀਲ ਦੇ ਵਿੱਚ, ਐਂਡ ਜਿਹੜੇ ਓਪਨ ਕਿੱਥੋਂ ਹੁੰਦੇ ਨੇ, ਸਪਾਇਰਕਲਸ ਦੇ ਵਿੱਚ ਓਪਨ ਹੁੰਦੇ ਨੇ। ਸਪਾਇਰਕਲਸ ਦੇ ਵਿੱਚ ਦ ਫਾਈਨਲ ਬ੍ਰਾਂਚਿਸ ਆਫ ਦ ਟਰੈਕਿਆ ਫਰਦਰ ਕੀ ਹੁੰਦਾ ਜੀ, ਜਿਹੜੀ ਆ ਦੇਖੋ ਤੁਸੀਂ ਐਲੇਰੀ ਮਸਲ ਵੀ ਇੱਥੇ ਸ਼ੋ ਹੈਗੀ। ਦਿਸ ਇਜ਼ ਆਲ ਅਬਾਊਟ ਦ ਟਰੈਕਿਆ।
ट्रैकिया फर्दर किस दे विच डिवाइडेड होंदा है, ट्रैक्यूल्स दे विच डिवाइडेड होंदा है, ठीक है जी। ट्रैक्यूल्स व्हिच कम्स इन कंटैक्ट विद द इंडिविजुअल बॉडी सेल्स। द ट्रैकियल सिस्टम की कैरी करता है ऑक्सीजन डायरैक्टली टू ऑल पार्ट्स ऑफ द बॉडी सेल्स बाय द डिफ्यूजन। कहते ट्रैकियल सिस्टम होंदा है कैरीज करता है ऑक्सीजन डायरैक्टली कैरी करता ऑक्सीजन टू ऑल द बॉडी सेल्स बाय द डिफ्यूजन ਦੇ ਨਾਲ ਹੀ ਕੀ ਹੋ ਜਾਂਦਾ ਐਕਸਚੇਂਜ ਆਫ ਕੇਸਿਸ ਹੋ ਜਾਂਦਾ ਹੈ। ਹੁਣ ਆਪਾਂ ਥੋੜੀ ਜੀ ਗੱਲ ਕਰਾਂਗੇ ਜੀ ਐਕਸਕ੍ਰੀਟਰੀ ਸਿਸਟਮ ਬਾਰੇ। ਐਕਸਕ੍ਰੀਟਰੀ ਸਿਸਟਮ ਅਗਰ ਆਪਾਂ ਗੱਲ ਕਰੀਏ ਕਾਕਰੋਚ ਦੀ, ਐਕਸਕ੍ਰੀਟਰੀ ਸਿਸਟਮ ਰੈਗੂਲੇਟ ਕਰਦਾ ਹੈਗਾ ਅਮਾਊਂਟ ਨਾਈਟ੍ਰੋਜਨਸ ਵੇ ਮਟੀਰੀਅਲ ਦਾ। ਹਰ ਇੱਕ ਆਰਗੇਨਿਜ਼ਮ ਦਾ ਐਕਸਕ੍ਰੀਟਰੀ ਸਿਸਟਮ ਸਪੈਸ਼ਲੀ ਡੀਲ ਕਰਦਾ ਨਾਈਟ੍ਰੋਜਨਸ ਮਟੀਰੀਅਲ ਨਾਲ, ਕਿਉਂਕਿ ਜਿਹੜੇ ਨਾਈਟ੍ਰੋਜਨ ਦੇ ਕੰਪਾਊਂਡਸ ਹੁੰਦੇ ਨੇ ਉਹ ਬਹੁਤ ਹੀ ਜ਼ਿਆਦਾ ਟੌਕਸਿਕ ਹੁੰਦੇ ਨੇ। ਮਤਲਬ ਨਾਈਟ੍ਰੋਜਨ ਦਾ ਜਿਹੜਾ ਵੇਸਟ ਹੁੰਦਾ ਜੋ ਕਿ ਆਪਣੇ ਪ੍ਰੋਟੀਨ ਤੋਂ ਆਪਾਂ ਨੂੰ ਮਿਲਦਾ ਉਹ ਬਹੁਤ ਜ਼ਿਆਦਾ ਟੌਕਸਿਕ ਹੁੰਦਾ, ਉਸਨੂੰ ਬਾਡੀ ਚੋਂ ਰਿਮੂਵ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਲਾਈਕ ਯੂਰੀਆ, ਯੂਰਿਕ ਐਸਿਡ, ਇਹ ਸਭ ਕੀ ਨੇ ਨਾਈਟ੍ਰੋਜਨਸ ਵੇਸਟ ਹੀ ਨੇ। ਸੋ ਕਹਿੰਦੇ ਐਕਸਕ੍ਰੀਟਰੀ ਸਿਸਟਮ ਰੈਗੂਲੇਟ ਕਰਦਾ ਹੈ ਨਾਈਟ੍ਰੋਜਨਸ ਵੇਸਟ, ਇਨਆਰਗੈਨਿਕ ਸੋਲਟਸ ਤੇ ਵਾਟਰ ਇਨ ਦ ਹੀਮੋਲਿੰਫ, ਠੀਕ ਹੈ ਜੀ। ਹੀਮੋਲਿੰਫ ਦੇ ਵਿੱਚ ਦੈਟ ਇਜ਼ ਬਲੱਡ ਦੇ ਵਿੱਚ ਇਹ ਕੀ ਕਰਦਾ ਹੈ ਰੈਗੂਲੇਟ ਕਰਨ ਦਾ ਕੰਮ ਕਰਦਾ ਹੈ। ਮੇਨ ਸਟਰਕਚਰ ਜੋ ਕਿ ਐਕਸਕ੍ਰੀਸ਼ਨ ਦੇ ਵਿੱਚ ਇੰਪੋਰਟੈਂਟ ਰੋਲ ਪਲੇ ਕਰਦਾ ਹੈਗਾ ਮਲਫਿਜਨ ਟਿਬਿਊਲਸ, ਜਿਨ੍ਹਾਂ ਦੀ ਆਪਾਂ ਪਿੱਛੇ ਗੱਲ ਕੀਤੀ ਸੀ, ਫੈਟ ਬੋਡੀ ਸੈਲਸ, ਯੂਰੀਕੇਸ ਗਲੈਂਡਸ ਐਂਡ ਦ ਕਿਊਟੀਕਲ। ਯੂ ਹੈਵ ਟੂ ਰਿਮੈਂਬਰ ਆਲ ਦ ਸਟਰਕਚਰਸ ਇਸ ਤੁਹਾਨੂੰ ਸਟਰਕਚਰਸ ਜੋ ਵੀ ਇੰਕਲੂਡਡ ਨੇ ਐਕਸਕ੍ਰੀਸ਼ਨ ਦੇ ਵਿੱਚ, ਮਲਫਿਜਨ ਟਿਬਿਊਲਸ, ਫੈਟ ਬੋਡੀ ਸੈਲਸ, ਯੂਰੀਕੇਸ ਗਲੈਂਡਸ ਤੇ ਕਿਊਟੀਕਲ ਤੁਸੀਂ ਯਾਦ ਰੱਖੋਗੇ। ਦ ਨੈਕਸਟ ਇਜ਼ ਆਲ ਅਬਾਊਟ ਦ ਨਰਵਸ ਸਿਸਟਮ ਆਫ ਦ ਕੋਕਰੋਚ। ਹੁਣ ਆਪਾਂ ਗੱਲ ਕਰਾਂਗੇ ਨਰਵਸ ਸਿਸਟਮ ਬਾਰੇ। ਨਰਵਸ ਸਿਸਟਮ ਦੇ ਬਾਰੇ ਅਗਰ ਆਪਾਂ ਕਾਕਰੋਚ ਦੀ ਗੱਲ ਕਰੀਏ ਤਾਂ ਕੀ ਹੁੰਦਾ ਹੈ, ਇਟ ਕੰਸਿਸਟ ਆਫ ਦ ਸੀਰੀਜ਼ ਆਫ ਦ ਫਿਊਜ਼ਡ ਸੈਗਮੈਂਟਲੀ ਅਰੇਂਜਡ ਗੈਂਗਲੀਆ। ਕੀ ਪ੍ਰੈਜ਼ੈਂਟ ਹੁੰਦੇ ਨੇ ਜੀ ਇੱਥੇ ਡੀਅਰ, ਗੈਂਗਲੀਆ ਪ੍ਰੈਜ਼ੈਂਟ ਹੁੰਦੇ ਨੇ ਜੋ ਇੱਕ ਦੂਜੇ ਨਾਲ ਜੁਆਇੰਡ ਹੁੰਦੇ ਨੇ ਬਾਈ ਦ ਪੇਅਰ ਕਨੈਕਟਿਵ ਟਿਸ਼ੂ ਔਨ ਦ ਵੈਂਟਰਲ ਸਾਈਡ। ਇਹ ਇੱਕ ਪੇਅਰਡ ਕਨੈਕਟਿਵ ਨਾਲ ਜੁੜੇ ਹੋਏ ਹੁੰਦੇ ਨੇ ਵੈਂਟਰਲ ਸਾਈਡ ਦੇ ਉੱਤੇ। ਤਾਂ ਤੁਸੀਂ ਦੇਖ ਸਕਦੇ ਹੋ ਗੈਂਗਲੀਆ ਦ ਡਾਇਗਰਾਮ ਦੇ ਵਿੱਚ ਕਲੀਅਰ ਨੇ supraesophageal ganglia like brain, subesophageal ganglia, circumpharyngeal commissure, thoracic ganglia, ventral cord is there, abdominal ganglion is there। ਤੁਸੀਂ ਗੈਂਗਲੀਆ ਦੇਖ ਸਕਦੇ ਹੋ ਜੋ ਕਿ ਇੱਕ ਦੂਜੇ ਨਾਲ ਕਨੈਕਟਿਵ ਵੀ ਨੇ, ਇੱਕ ਦੂਜੇ ਨਾਲ ਵੈਂਟਰਲ ਸਾਈਡ ਤੋਂ ਇਹ ਕੀ ਨੇ ਕਨੈਕਟਡ ਨੇ। ਹੇਅਰ ਯੂ ਆਰ ਸੀਇੰਗ ਇੱਥੋਂ ਕੀ ਨੇ ਕਨੈਕਟਡ ਨੇ, ਇਹਨਾਂ ਰੀਜਨਸ ਤੋਂ ਇਹ ਕਨੈਕਟਡ ਨੇ, ਠੀਕ ਹੈ ਜੀ। So 3 ganglia lie in the thorax and 6 in the abdomen। 6 ਕਹਿੰਦੇ ਗੈਂਗਲੀਆ, 3 ਗੈਂਗਲੀਆ ਲਾਈ ਕਰਦੇ ਨੇ ਥੋਰੈਕਸ ਦੇ ਵਿੱਚ, 6 ਕਿੱਥੇ ਲਾਈ ਕਰਦੇ ਨੇ ਐਬਡੋਮਨ ਦੇ ਵਿੱਚ। 6 lie in the abdomen, 3 lie in the thorax। ਤਾਂ ਹੁਣ ਤੁਸੀਂ ਦੇਖ ਸਕਦੇ ਹੋ 3 ਗੈਂਗਲੀਆ ਨੂੰ ਆਪਾਂ ਕਿੱਥੇ ਕੀਤੇ ਸੀ, subesophageal, supraesophageal, subesophageal and thoracic ganglia। So here they are the 3। abdomen ਦੇ ਵਿੱਚ ਤੁਸੀਂ ਕਾਊਂਟ ਕਰਾਂਗੇ ਤਾਂ 6 ਕੀ ਪ੍ਰੈਜ਼ੈਂਟ ਹੁੰਦੇ ਨੇ, ਗੈਂਗਲੀਆ ਪ੍ਰੈਜ਼ੈਂਟ ਹੁੰਦੇ ਨੇ। 6 ganglions are there, ठीक है जी। इन कॉकरोच द सेंस ऑर्गन्स आर द एंटीना, कंपाउंड आइज, मैक्सिलरी पल्प्स, लेबियल पल्प्स एंड द एनल सर्काई एटसेट्रा। कॉकरोच की होंगे ने डायोशियस होंगे ने, सेक्शस सैपरेट होंगे ने। इट ऑल्सो शोज द सैक्शुअल डायमॉर्फिज्म। एक ही शो करते हैं सैक्शुअल डायमॉर्फिज्म शो करते हैं, ठीक है जी। मतलब डायोशियस ਨੂੰ अगर आप गल करिए, डायोशियस मतलब 2 ऑर्गेनिजम्स अलग अलग होंगे ने। इन शॉर्ट दीज आर द यूनिसैक्शुअल। ये यूनिसैक्शुअल होंगे ने या तो मेल प्रेजेंट होंगे या फीमेल, क्योंकि तुसी पहला भी देख सकते हो कि कई बार क्वेश्चन आ जाता है। सो यू हैव टू रिमेंबर कि असं मेल तो फीमेल का डिफरेंस पढ़िया। इट मीनस मेल एंड फीमेल आर प्रेजेंट इन द डिफरेंट बॉडीज। हुण आपां गल करांगे जेकर ਸੈਕਸਸ ਦੀ ਰੀਪਰੋਡਕਟਿਵ ਸਿਸਟਮ ਦੀ ਕਾਕਰੋਚ ਦੀ। ਸੋ ਰੀਪਰੋਡਕਟਿਵ ਸਿਸਟਮ ਦੀ ਗੱਲ ਕਰੀਏ ਅਗਰ ਆਪਾਂ ਮੇਜਰਲੀ ਰੀਪਰੋਡਕਟਿਵ 6 ਆਰਗਨਸ ਮਤਲਬ 6 ਜਿਹੜੇ ਸੈਪਰੇਟ ਹੁੰਦੇ ਨੇ, ਡਾਇਓਸ਼ੀਅਸ ਉਹ ਸ਼ੋ ਕਰਦਾ ਹੈਗਾ। ਮੇਲ ਗੋਨਾਡਸ ਆਰ ਦ ਪੇਅਰ ਆਫ ਦ ਟੈਸਟਿਸ। ਮੇਲ ਗੋਨਾਡਸ ਕੋਲੇ ਪੇਅਰ ਆਫ ਟੈਸਟਿਸ ਪ੍ਰੈਜ਼ੈਂਟ ਹੋਣਗੇ, 1 ਔਨ ਈਦਰ ਡੋਰਸੋ ਵੈਂਟਰਲ ਸਾਈਡ, 4 to the 6 ਐਬਡੋਮਿਨਲ ਸੈਗਮੈਂਟ। ਇਹਨਾਂ ਕੋਲੇ ਮਸ਼ਰੂਮ ਗਲੈਂਡ ਪ੍ਰੈਜ਼ੈਂਟ ਹੁੰਦੇ ਨੇ ਜੋ ਇੱਕ ਅਸੈਸਰੀ ਗਲੈਂਡ ਕਰਨ ਦਾ ਕੰਮ ਕਰਦੇ ਨੇ, ਜੋ ਕਿ ਰੋਲ ਪਲੇ ਕਰਦੇ ਨੇ ਅਸੈਸਰੀ ਗਲੈਂਡ ਦਾ ਕੰਮ ਕਰਦੇ ਨੇ। ਸਪਰਮਸ ਜਿਹੜੇ ਹੁੰਦੇ ਨੇ ਉਹ ਸਟੋਰਡ ਹੁੰਦੇ ਨੇ ਸਾਮਨਲ ਵੇਸਿਕਲਸ ਦੇ ਵਿੱਚ ਤੇ ਗਲੂਡ ਟੂਗੇਦਰ ਹੁੰਦੇ ਨੇ, ਜੁੜੇ ਹੋਏ ਹੁੰਦੇ ਨੇ ਇਨ ਦ ਫਾਰਮ ਆਫ ਬੰਡਲ। ਤੇ ਉਸ ਬੰਡਲ ਨੂੰ ਆਪਾਂ ਕੀ ਕਹਿੰਦੇ ਨੇ ਜੀ, ਸਪਰਮੈਟੋਫੋਰਸ, ਜਿਹੜੇ ਕਿ ਡਿਸਚਾਰਜ ਹੁੰਦੇ ਨੇ ਡਿਊਰਿੰਗ ਦ ਕੋਪੂਲੇਸ਼ਨ। ਜਦੋਂ ਕੋਪੂਲੇਸ਼ਨ ਹੁੰਦੀ ਉਦੋਂ ਇਹ ਕੀ ਹੋ ਜਾਂਦੇ ਨੇ, ਡਿਸਚਾਰਜ ਹੋ ਜਾਂਦੇ ਨੇ ਸਪਰਮੈਟੋਫੋਰ। ਫੀਮੇਲ ਗੋਨਾਡਸ ਦੀ ਅਗਰ ਆਪਾਂ ਗੱਲ ਕਰੀਏ ਤਾਂ ਫੀਮੇਲ ਕੋਲੇ ਕੀ ਪ੍ਰੈਜ਼ੈਂਟ ਹੁੰਦਾ, ਓਵਰੀਜ਼ ਪ੍ਰੈਜ਼ੈਂਟ ਹੁੰਦੀਆਂ which lying in the second and to the ਹੁਣ ਕਿੱਥੇ ਲਾਈ ਕਰਦਾ ਹੈਗਾ ਜੀ, second to the 6th abdominal segment, 1 on the either side of the hindgut and embedded in the fat bodies। ਕਹਿੰਦੇ ਹਿੰਡਗਟ ਤੇ ਸਾਈਡ ਤੇ ਪ੍ਰੈਜ਼ੈਂਟ ਹੁੰਦੇ ਨੇ ਤੇ ਅਗਰ ਆਪਾਂ ਗੱਲ ਕਰੀਏ ਕਿੱਥੇ embedded ਹੁੰਦੇ ਨੇ ਤਾਂ ਇਹ ਫੈਟ ਬੋਡੀਜ਼ ਦੇ ਵਿੱਚ embedded ਹੁੰਦੇ ਨੇ। ईच ओवरी कंसिस्ट ऑफ द, हुण आपां ओवरी दी जेकर गल करिए, ईच ओवरी कंसिस्ट ऑफ द 8 ओवेरियन ट्यूब्यूल्स और द ओवेरियोल्स।
ਅ ਪੇਅਰ ਆਫ ਦ, ਹੁਣ ਤੋਂ ਤੁਸੀਂ ਧਿਆਨ ਰੱਖੋਗੇ ਫੀਮੇਲ ਕੋਲੇ ਕੀ ਪ੍ਰੈਜ਼ੈਂਟ ਹੁੰਦਾ ਹੈ, ਕੋਲੇਟਰਲ ਗਲੈਂਡ ਅਸੈਸਰੀ ਗਲੈਂਡ ਦੇ ਰੂਪ ਦੇ ਵਿੱਚ ਪ੍ਰੈਜ਼ੈਂਟ ਹੁੰਦਾ ਹੈ, ਜੋ ਲਾਈ ਕਰਦਾ ਹੈ ਬਿਹਾਈਂਡ ਐਂਡ ਅਬਵ ਦ ਓਵਰੀਜ਼। ਫਰਟੀਲਾਈਜੇਸ਼ਨ ਆਕਰ ਇਨ ਦ ਜੈਨੀਟਲ ਪਾਊਚ, ਫਰਟੀਲਾਈਜੇਸ਼ਨ ਕਿੱਥੇ ਹੁੰਦੀ ਹੈ, ਜੈਨੀਟਲ ਪਾਊਚ ਦੇ ਵਿੱਚ ਹੁੰਦੀ ਹੈ। ਫੀਮੇਲ ਲੇਸ ਊਥਿਕਾ, ਫੀਮੇਲ ਕੀ ਕਰਦੇ ਨੇ, ਲੇ ਕਰਦੇ ਨੇ ਐਗ ਊਥਿਕਾ, ਐਂਡ ਊਥਿਕਾ ਕੰਟੇਨਸ 14 to 16 ਐਗਸ ਜੋ ਡਿਵੈਲਪ ਹੋ ਜਾਂਦੇ ਨੇ ਨਿੰਫ ਦੇ ਵਿੱਚ, ਜੋ ਡਿਵੈਲਪ ਕਿਸ ਦੇ ਵਿੱਚ ਹੁੰਦੇ ਨੇ, ਨਿੰਫ ਦੇ ਵਿੱਚ ਡਿਵੈਲਪ ਹੋ ਜਾਂਦੇ ਨੇ। ਮਤਲਬ ਸਭ ਤੋਂ ਪਹਿਲਾਂ ਐਗ ਤੋਂ ਕੀ ਬੰਦਾ ਹੈਗਾ ਜੀ, ਨਿੰਫ। ਨਿੰਫ ਇਜ਼ ਦੀ ਤੁਸੀਂ ਕਹਿ ਸਕਦੇ ਹੋ ਲਾਰਵਲ ਸਟੇਜ ਹੈਗੀ ਹੈ। ਲਿੰਫ ਕਿੰਨੀ ਵਾਰੀ ਮੋਲਟਿੰਗ ਜਾਂਦਾ ਹੈ, ਮਤਲਬ ਮੋਲਟਿੰਗ ਇਜ਼ ਸਕਿਨ ਸ਼ੈਡ ਕਰਦਾ ਹੈਗਾ, ਡਿਵੈਲਪ ਅੰਡਰਗੋਜ਼ ਦ ਡਿਵੈਲਪਮੈਂਟ 13 times it goes the molting ਆਉਂਦਾ ਹੈ, ਐਂਡ ਫਾਈਨਲੀ ਇਟ ਰੀਚਸ ਇਨਟੂ ਦ ਅਡਲਟ ਫਾਰਮ। ਇਹ ਕਿਸ ਦੇ ਵਿੱਚ ਕਨਵਰਟ ਹੋ ਜਾਂਦਾ ਹੈ, ਇੱਕ ਅਡਲਟ ਫਰੋਗ ਦੇ ਵਿੱਚ, ਅਡਲਟ ਫਾਰਮ ਦੇ ਵਿੱਚ ਕਨਵਰਟ ਹੋ ਜਾਂਦਾ ਹੈ। ਸੋ ਦੇਅਰ ਇਜ਼ ਦ ਪੈਰਾਮੈਟਾਬੋਲਸ ਮੈਟਾਮੋਰਫੋਸਿਸ, ਇਸ ਨੂੰ ਆਪਾਂ ਪੈਰਾਮੈਟਾਬੋਲਸ ਮੈਟਾਮੋਰਫੋਸਿਸ ਵੀ ਕਹਿ ਦਿੰਦੇ ਹਾਂ। ਸੋ ਦਿਸ ਇਜ਼ ਆਲ ਅਬਾਊਟ ਦ ਕਾਕਰੋਚ। ਸੋ ਓਕੇ ਜੀ, ਥੈਂਕ ਯੂ ਸੋ ਮਚ, ਹੈਵ ਅ ਗੁੱਡ ਡੇ, ਬਾਏ ਬਾਏ ਜੀ।